वेलकम बैक। मैं मनवीर कौर। अज की मेरी वीडियो रिपोर्ट बेस्ड रहेगी जो कैनेडा ने एक बहुत बोल्ड एक्सपैरीमेंट ऑन देयर ड्रग पॉलिसी वो कर रहे हैं जोड़ा ब्रिटिश कोलंबिया दे विच उन्होंने एक एक्सपैरीमेंट शुरू किया है कि वो 3 सालों के लिए ड्रग्स नू लीगलाइज कर देंगे, डी क्रिमिनलाइज कर देंगे, गैर कानूनी तो कानूनी जामा पहना देंगे। अज की वीडियो च आपां गल करांगे कि किवें ड्रग्स ਨੂੰ ਦੁਬਾਰਾ ਤੋਂ ਲੀਗਲਾਈਜ਼ ਕਰਨ ਵੱਲ ਨੂੰ ਮੂਵ ਹੋਣਾ ਪੈ ਰਿਹਾ ਹੈ ਕੈਨੇਡਾ ਵਰਗੀਆਂ ਪ੍ਰੋਗਰੈਸਿਵ ਕੰਟਰੀਜ਼ ਨੂੰ। ਪੁਰਤਗਾਲ ਦੀ ਐਗਜ਼ਾਮਪਲ ਲਵਾਂਗੇ ਕਿਉਂਕਿ 2001 ਦੇ ਵਿੱਚ ਪੁਰਤਗਾਲ ਨੇ ਪਹਿਲਾਂ ਹੀ ਡੀਕ੍ਰਿਮੀਨਲਾਈਜ਼ ਕਰ ਦਿੱਤਾ। ਉਹਨਾਂ ਨੇ ਲੀਗਲ ਨੇ ਉੱਥੇ ਡਰੱਗਸ ਦੀ ਕੰਜ਼ੰਪਸ਼ਨ ਔਰ ਖਰੀਦੋ ਫਰੋਖਤ ਜਿਹੜੀ ਆ ਉਹ ਕਰਨੀ। ਨਾਲ ਹੀ ਆਪਾਂ ਗੱਲ ਕਰਾਂਗੇ ਕਿ ਕੀ ਫਾਇਦੇ ਨੁਕਸਾਨ ਕੈਨੇਡਾ ਨੂੰ ਜਦੋਂ ਉਹਨਾਂ ਨੇ ਮੈਰੀਜੁਆਨਾ ਨੂੰ ਲੀਗਲਾਈਜ਼ ਕੀਤਾ ਸੀ, ਕੀ ਫਾਇਦੇ ਪ੍ਰੋਜ਼ ਐਂਡ ਕੌਨਸ ਉਹਦੇ ਵਿੱਚ ਨਾਪ ਤੋਲ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇਹ ਜਿਹੜੀ ਡਿਵੈਲਪਮੈਂਟ ਹੈ ਕੀ ਹੈ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਸਾਲਾਂ ਦੇ ਲਈ 31 ਜਨਵਰੀ 2023 ਤੋਂ 2026 ਤੱਕ ਇੱਕ ਐਕਸਪੈਰੀਮੈਂਟ ਸ਼ੁਰੂ ਕੀਤਾ ਗਿਆ ਉਹਨਾਂ ਦੀ ਡਰੱਗ ਪਾਲਿਸੀ ਦੇ ਵਿੱਚ, ਜਿਹਦੇ ਵਿੱਚ 18 ਸਾਲ ਤੋਂ ਵੱਧ ਦੀ ਉਮਰ ਦੇ 2.5 ਗ੍ਰਾਮ ਤੱਕ ਜਿਹੜੀਆਂ ਡਰੱਗਸ ਨੇ, ਜਿਹੜੀਆਂ ਪਹਿਲਾਂ ਇਲੀਗਲ ਹੈ, ਹਜੇ ਵੀ ਇਲੀਗਲ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਕੈਨੇਡਾ ਦੇ, ਉਹਨਾਂ ਡਰੱਗਸ ਨੂੰ ਰੱਖ ਸਕਣਗੇ। ਉਹ ਡਰੱਗਸ ਕਿਹੜੀਆਂ ਨੇ? ਹਾਈਲੀ ਐਡਿਕਟਿਵ ਡਰੱਗਸ ਨੇ, ਜਿਵੇਂ ਕਿ ओपीओइड्स जिमें मॉर्फिन, हैरोइन, मैथ जिहदा पूरा नाम मैथएम्फीटामिन है, नाल ही MDMA जिहड़ियां एक्सटेसी दीयां ड्रग्स ने, नाल ही कोकेन जिमें क्रैक हो गया या पाउडर कोकेन हो गई, इन्हां नूं लीगल कर दिता गया है 3 सालां दे लई। इहदे विच ਇਹ ਬਦਲੀ ਵੀ ਜਾ ਸਕਦੀ ਹੈ ਪੋਲਿਸੀ, ਇਹਦੇ ਵਿੱਚ ਬਣਦੀਆਂ ਅਮੈਂਡਮੈਂਟਸ ਜਿਹੜੀਆਂ ਨੇ, ਸੁਧਾਰ ਨੇ ਜਾਂ ਸੋਧਾਂ ਨੇ, ਉਹ ਕੀਤੀਆਂ ਜਾ ਸਕਦੀਆਂ ਔਰ ਇਹਨੂੰ ਬੰਦ ਵੀ ਕੀਤਾ ਜਾ ਸਕਦਾ। ਸਿਰਫ 3 ਸਾਲਾਂ ਦੇ ਲਈ ਹੈ। ਬਹੁਤ ਇੱਦਾਂ ਦੇ ਹੈਗੇ ਆ ਸਕੂਲ ਜਿਹੜੇ ਯੰਗ ਬੱਚਿਆਂ ਦੇ, ਉੱਥੇ ਬੈਨ ਰਹੇਗੀ। ਏਅਰਪੋਰਟ 'ਤੇ ਕੋਸਟਲ ਜਿਹੜੇ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਆ ਉਹ ਲੋਕ ਨਹੀਂ ਲੈ ਸਕਣਗੇ, ਬਟ ਜ਼ਿਆਦਾਤਰ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਜਿਹੜੀ ਸਕੀਮ ਹੈ ਐਕਸੈਸੀਬਲ ਹੋਊਗੀ। ਇਸ ਆਈਡੀਆ ਔਰ ਇਸ ਐਕਸਪੈਰੀਮੈਂਟ ਦੇ ਪਿੱਛੇ ਜਿਹੜੇ ਦਿਮਾਗ ਨੇ ਉਹਨਾਂ ਦਾ ਸੋਚਣਾ ਇਹ ਹੈਗਾ ਕਿ ਇਹਦੇ ਨਾਲ ਜਿਹੜੇ ਡਰੱਗ ਲੈਣ ਵਾਲੇ ਲੋਕ ਆ ਉਹਨਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਜਿਵੇਂ ਸਮਾਜ ਦੇ ਵਿੱਚ ਉਹਨਾਂ ਨਾਲ ਸਟਿਗਮਾ ਜੋੜਿਆ ਜਾਂਦਾ, ਕਲੰਕਿਤ ਕੀਤਾ ਜਾਂਦਾ, ਉਹ ਜਿਹੜਾ ਕਲੰਕ ਆ ਉਹ ਮਿਟ ਸਕੇਗਾ ਔਰ ਜਿਹੜੀ ਸ਼ੇਮ ਐਂਡ ਸਟਿਗਮਾ ਇਨ ਸੋਸਾਇਟੀ ਆ ਉਹਦੇ ਤੋਂ ਮੁਕਤ ਹੋ ਸਕਣਗੇ, ਜਿਹਦੇ ਨਾਲ ਉਹ ਹੋ ਸਕਦਾ ਕਿ ਇੰਪਰੂਵ ਕਰ ਜਾਣ ਔਰ ਹੋ ਸਕਦਾ ਕਿ ਉਹਨਾਂ ਨੂੰ ਜਿਹੜਾ ਡਰੱਗਸ ਨਾਲ ਹੋਣ ਵਾਲਾ ਨੁਕਸਾਨ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਹਾਰਮ ਰਿਡਕਸ਼ਨ ਜਿਹੜੀ ਆ ਕੀਤੀ ਜਾ ਸਕੇ। ਇੱਕ ਤਰ੍ਹਾਂ ਦੇ ਨਾਲ ਉਹ ਜਿਹੜੇ ਡਰੱਗਸ ਯੂਜ਼ਰਸ ਆ ਉਹ ਹੁਣ ਸਰਕਾਰੀ ਤੌਰ 'ਤੇ ਸਰਕਾਰੀ ਨਸ਼ਾ ਜਿਹੜਾ ਕੈਨੇਡਾ ਸਰਕਾਰ ਵੱਲੋਂ ਜਿਸ ਢੰਗ ਨਾਲ ਮੁਹੱਈਆ ਕਰਵਾਇਆ ਜਾਏਗਾ ਉਹ ਖਰੀਦ ਕੇ ਇੱਕ ਸੇਫ ਡਰੱਗ ਜਿਹੜੀ ਆ ਉਹ ਵਰਤ ਸਕਣਗੇ। ਇਹਦੇ ਪਿਛਲਾ ਇਹ ਪਿੱਠਭੂਮੀ ਕੀ ਆ, ਇਹ ਐਡਾ ਵੱਡਾ ਸਟੈਪ ਕੈਨੇਡਾ ਨੇ ਕਿਉਂ ਲਿਆ, ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਇੱਕ ਐਪੀਸੈਂਟਰ ਆਪਾਂ ਉਹਨੂੰ ਕਹਿ ਸਕਦੇ ਹਾਂ, ਕਿਉਂਕਿ ਮੈਕਸੀਮਮ ਨੰਬਰ ਆਫ ਜਿਹੜੀਆਂ ਡੈਥ ਵਿਦ ਓਵਰਡੋਜ਼ ਆ ਉਹ ਬ੍ਰਿਟਿਸ਼ ਕੋਲੰਬੀਆ 'ਚ ਹੀ ਰਿਪੋਰਟ ਹੋਈਆਂ ਨੇ। ਉੱਥੇ ਕੋਵਿਡ-19 ਪੈਂਡੈਮਿਕ ਨਾਲ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ ਜਿੰਨੀ ਡਰੱਗ ਓਵਰਡੋਜ਼ ਨਾਲ ਹੋਈ ਆ। ਸਾਲ 2016 ਤੋਂ 2021 ਤੱਕ 10,000 ਮੌਤਾਂ ਡਰੱਗ ਓਵਰਡੋਜ਼ ਦੇ ਨਾਲ ਬ੍ਰਿਟਿਸ਼ ਕੋਲੰਬੀਆ 'ਚ ਹੋਈਆਂ ਨੇ ਔਰ ਪੂਰੇ ਕੈਨੇਡਾ ਦੇ ਵਿੱਚ 30,000 ਮੌਤਾਂ ਦੱਸੀਆਂ ਜਾ ਰਹੀਆਂ ਨੇ ਜਿਹੜੀਆਂ ਓਵਰਡੋਜ਼ ਨਾਲ ਹੋਈਆਂ ਨੇ। 2021 ਵਸਟ ਮਤਲਬ ਵੈਰੀ ਬੈਡ ਈਅਰ ਰਿਹਾ ਕਿਉਂਕਿ ਜਿੰਨੀਆਂ ਮੌਤਾਂ ਉੱਥੇ ਹੋਈਆਂ। ਬ੍ਰਿਟਿਸ਼ ਕੋਲੰਬੀਆ ਨੇ ਸਾਲ 2016 ਤੋਂ ਹੀ ਇਹ ਪ੍ਰੋਬਲਮ ਐਡੀ ਵੱਧ ਚੁੱਕੀ ਸੀ ਕਿ ਡਰੱਗ ਓਵਰਡੋਜ਼ ਨਾਲ ਮੌਤਾਂ ਨੂੰ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੋਇਆ ਸੀ। ਸੋ ਉਹ ਘੋਸ਼ਿਤ ਕਰਨ ਤੋਂ ਬਾਅਦ ਆਪਣੀਆਂ ਸਾਰੀਆਂ ਐਫਰਟਸ ਲਾਉਣ ਤੋਂ ਬਾਅਦ ਅਲਟੀਮੇਟਲੀ ਬ੍ਰਿਟਿਸ਼ ਕੋਲੰਬੀਆ ਦੀ ਐਡਮਿਨਿਸਟ੍ਰੇਸ਼ਨ ਦਾ ਸੁਜੈਸ਼ਨ ਸੀ, ਉਹਨਾਂ ਦੀ ਮੰਗ ਸੀ ਕਿ ਜਿਹੜਾ ਵੱਡਾ ਐਕਟ ਹੈ ਜਿਹਦੇ ਅਧੀਨ ਕੈਨੇਡਾ ਦੇ ਵਿੱਚ ਜਿਹੜਾ ਨਸ਼ਾ ਆ ਉਹਨੂੰ ਗੈਰ ਕਾਨੂੰਨੀ ਐਲਾਨਿਆ ਜਾਂਦਾ ਔਰ ਉਹਦੇ 'ਤੇ ਸਜ਼ਾ ਹੁੰਦੀ ਆ, ਕੌਨਫਿਸਕੇਟ ਕੀਤੀ ਜਾਂਦੀ ਆ ਡਰੱਗ ਔਰ ਬਹੁਤ ਵੱਡੀ ਕ੍ਰਿਮੀਨਲ ਕੇਸਿਸ ਐਂਡ ਪ੍ਰੋਪਰ ਜਿਹੜਾ ਕ੍ਰਿਮੀਨਲ ਕੋਰਸ ਚੱਲਦਾ ਹੈ ਉਹਦੇ ਤੋਂ ਬ੍ਰਿਟਿਸ਼ ਕੋਲੰਬੀਆ ਨੇ ਐਗਜ਼ੈਂਪਸ਼ਨ ਮੰਗੀ ਸੀ। ਉਹਨਾਂ ਨੇ ਆਪਣੀ ਉਹਦੇ ਵਿੱਚੋਂ ਛੋਟ ਮੰਗੀ ਸੀ 3 ਸਾਲਾਂ ਦੀ, ਕਿਉਂਕਿ ਉਹ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀ। ਬ੍ਰਿਟਿਸ਼ ਕੋਲੰਬੀਆ ਨੇ 4.5 ਗ੍ਰਾਮ ਦੀ ਮੰਗ ਕੀਤੀ ਸੀ ਕਿ ਲੋਕ ਆਪਾਂ ਡੀਕ੍ਰਿਮੀਨਲਾਈਜ਼ ਕਰ ਦਿੰਦੇ ਹਾਂ ਅਤੇ ਲੋਕ ਰੱਖ ਸਕਣਗੇ, ਪਰ ਹੁਣ ਜੋ ਪਾਲਿਸੀ ਦੇ ਵਿੱਚ ਆਇਆ ਉਹ ਸਿਰਫ 2.5 ਗ੍ਰਾਮ ਤੱਕ ਹੀ ਲੋਕ ਡੀਕ੍ਰਿਮੀਨਲਾਈਜ਼ਡ ਹੈ। ਉਸ ਤੋਂ ਵੱਧ ਜ਼ਿਕਰ ਹੋਏਗੀ ਤਾਂ ਉਹ ਡੀਕ੍ਰਿਮੀਨਲਾਈਜ਼ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਨਸ਼ਾ ਲੀਗਲ ਹੋ ਗਿਆ, ਪਰ ਉਹ ਐਕਸਪੈਰੀਮੈਂਟ ਕਰ ਰਹੇ ਨੇ ਕਿ ਅਗਰ ਨਸ਼ੇ ਨੂੰ ਲੀਗਲ ਕਰ ਦਿੱਤਾ ਜਾਏ ਤਾਂ ਕੀ ਇਹਦੇ ਨਾਲ ਹਾਲਾਤ ਸੁਧਰਦੇ ਨੇ। ਕੈਨੇਡਾ ਦੀ ਸਰਕਾਰ ਡਰੱਗ ਯੂਜ਼ ਨੂੰ ਜਾਂ ਡਰੱਗ ਅਬਿਊਜ਼ ਨੂੰ ਇੱਕ ਤਰ੍ਹਾਂ ਦੇ ਨਾਲ ਪਬਲਿਕ ਹੈਲਥ ਐਮਰਜੈਂਸੀ ਦੇ ਰੂਪ 'ਚ ਹੀ ਦੇਖਣਾ ਚਾਹੁੰਦੇ ਆ, ਜਾਂ ਨਾਲ ਦੀ ਨਾਲ ਉਹ ਮੈਂਟਲ ਹੈਲਥ ਇਸ਼ੂ ਦੇ ਰੂਪ 'ਚ ਦੇਖਣਾ ਚਾਹੁੰਦੇ ਆ, ਨਾ ਕਿ ਉਹ ਇਹਨੂੰ ਕ੍ਰਿਮੀਨਲ ਕੇਸ ਦੇ ਵਿੱਚ। ਸੋ ਗੈਰ ਕਾਨੂੰਨੀ ਵਾਲਾ ਜਿਹੜਾ ਟੈਗ ਆ, ਆਊਟਲੌਡ ਦਾ ਜਿਹੜਾ ਟੈਗ ਆ, ਉਹਨੂੰ ਹਟਾ ਕੇ ਹੁਣ ਇੱਕ ਤਰ੍ਹਾਂ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਤੇ ਜਸਟ ਟਰਾਈ ਟੂ
ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੀ ਨਤੀਜੇ ਨਿਕਲ ਕੇ ਆਉਂਦੇ ਆ। ਹੁਣ ਗੱਲ ਕਰਦੇ ਹਾਂ ਵੀ ਕੈਨੇਡਾ ਇੱਥੋਂ ਤੱਕ ਪਹੁੰਚਿਆ ਕਿਵੇਂ। ਕੈਨੇਡਾ ਨੇ ਆਪਣੀ ਡਰੱਗ ਪਾਲਿਸੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਸਰਕਲ ਹੈ ਉਹ ਤੈਅ ਕੀਤਾ। ਸਰਕਲ ਦਾ ਮਤਲਬ ਕਿ ਜਿੱਥੋਂ ਸ਼ੁਰੂ ਹੋਇਆ ਸੀ ਉਸੇ ਪੁਆਇੰਟ ਤੇ ਅਲਟੀਮੇਟਲੀ ਕੈਨੇਡਾ ਇਜ਼ ਬੈਕ। ਥੋੜਾ ਹਿਸਟੋਰੀਕਲੀ ਜਾ ਕੇ ਆਪਾਂ ਇਹਨੂੰ ਇਤਿਹਾਸ ਦੇ ਨਜ਼ਰੀਏ ਤੋਂ, ਕੈਨੇਡਾ ਦੇ ਇਤਿਹਾਸ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਪਣੀ ਸੈਟਲਮੈਂਟ ਕਰ ਰਹੇ ਸੀ, ਜਦੋਂ ਕੈਨੇਡਾ ਸੈਟਲ ਕਰ ਰਹੇ ਸੀ, ਉਸ ਸਮੇਂ ਉਹ ਚਾਈਨਾ ਦੇ ਨਾਲ ਅਫੀਮ ਦੀਆਂ ਵਾਰਾਂ ਜਿਹੜੀਆਂ ਸੀ, ਓਪੀਅਮ ਵਾਰ ਲੜ ਰਹੇ ਸੀ। ਉਹ ਵਾਰ ਕਿਉਂ ਲੜ ਰਹੇ ਸੀ? ਕਿਉਂਕਿ ਇੰਡੀਆ ਤੋਂ ਜਿਹੜੀ ਅਫੀਮ ਜੋ ਡਰੱਗ ਹੈ ਉਹਨੂੰ ਉਹ ਬ੍ਰਿਟਿਸ਼ਰਸ ਆਪਣੇ ਹੱਥ 'ਚ ਲੈ ਕੇ ਜਾਣਾ ਚਾਹੁੰਦੇ ਸੀ, ਪਰ ਚਾਈਨਾ ਉਹਦੇ ਵਿੱਚ ਰੁਕਾਵਟ ਬਣਦਾ ਸੀ ਕਿਉਂਕਿ ਚਾਈਨਾ ਤੋਂ ਥਰੂ ਹੋ ਕੇ ਹੀ ਉਹ ਜਾਣੀ ਸੀ। ਸੋ ਚਾਈਨਾ ਦੇ ਨਾਲ ਓਪੀਅਮ ਵਾਰਸ ਲੜੀਆਂ ਬ੍ਰਿਟਿਸ਼ਰਸ ਨੇ। ਔਰ ਉਸੇ ਸਮੇਂ ਹੀ ਜਦੋਂ ਆਪਾਂ ਕੈਨੇਡਾ ਨੂੰ ਦੇਖਦੇ ਹਾਂ 1850 ਦੇ ਅਰਾਊਂਡ ਹੀ ਕੈਨੇਡਾ ਜਿਹੜਾ ਉੱਥੇ ਸਭ ਤੋਂ ਵੱਧ ਇੱਕ ਇਮੀਗ੍ਰੈਂਟਸ ਦੇ ਸਿਰ 'ਤੇ ਹੀ ਉਹ ਕੰਟਰੀ ਜਿਹੜੀ ਉਹਦੀ ਡਿਵੈਲਪਮੈਂਟ ਸੰਭਵ ਹੋ ਸਕੀ। ਔਰ ਅੱਜ ਵੀ ਉਹ ਕੰਟਰੀ ਬਹੁਤ ਵੱਡੀ ਉਹਨਾਂ ਦੀ ਇਕੋਨਮੀ ਇਮੀਗ੍ਰੈਂਟਸ 'ਤੇ ਖੜੀ ਹੈ। ਸੋ ਜਦੋਂ ਚਾਈਨੀਜ਼ ਇਮੀਗ੍ਰੇਸ਼ਨ ਹੁੰਦੀ ਹੈ ਤਾਂ ਚਾਈਨੀਜ਼ ਕਲਚਰ ਦੇ ਹਿਸਾਬ ਦੇ ਨਾਲ ਜਾਂ ਇੱਕ ਉਹਨਾਂ ਦਾ ਬਿਜ਼ਨਸ ਕਹਿ ਲਈਏ, ਉਹਦੇ ਵਿੱਚ ਓਪੀਅਮ ਡੈਨ ਜਿਹੜੀ ਹੈ, ਓਪੀਅਮ ਡੈਨ ਦਾ ਮਤਲਬ ਕਿ ਸੌਰਟ ਆਫ ਕਲੱਬ ਔਰ ਪਾਰਲਰ ਜਿੱਥੇ ਓਪੀਅਮ ਐਜ਼ ਏ ਕਾਨੂੰਨੀ ਡਰੱਗ ਜਿਹੜੀ ਸੀ ਉਹ ਸੀਗੀ ਐਂਡ ਲੋਕ ਉੱਥੇ ਆ ਕੇ ਕੰਜ਼ਿਊਮ ਕਰਦੇ ਸੀ। ਇਹਦੇ ਨਾਲ ਹੀ ਹੋਰ ਕਮਿਊਨਿਟੀਜ਼ ਜਿਹੜੀਆਂ ਨੇ, ਜੈਪਨੀਜ਼ ਹੋ ਗਈਆਂ, ਹੋਰ ਏਸ਼ੀਅਨ ਕਮਿਊਨਿਟੀਜ਼ ਐਂਡ ਬਾਕੀ ਦੇਸ਼ਾਂ ਤੋਂ ਜਦੋਂ ਉੱਥੇ ਇਮੀਗ੍ਰੇਸ਼ਨ ਹੋਣ ਲੱਗੀ ਤਾਂ ਜਿਹੜੇ ਕੈਨੇਡਾ ਦੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਰੇਸ਼ੀਅਲ ਡਿਸਕੰਟੈਂਟ ਪੈਦਾ ਹੋਇਆ। ਔਰ ਰੇਸ਼ੀਅਲ ਰਾਈਟਸ ਵਰਗੀਆਂ ਸਿਚੁਏਸ਼ਨਸ ਵੀ ਜਦੋਂ 20ਵੀਂ ਸਦੀ ਸ਼ੁਰੂ ਹੁੰਦੀ ਹੈ, ਸਾਲ 1900 ਦੇ ਅਰਾਊਂਡ ਵੀ ਦੇਖਣ ਨੂੰ, ਪੜ੍ਹਨ ਨੂੰ, ਆਪਾਂ ਨੂੰ ਸੁਣਨ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ। ਔਰ ਉਸ ਤੋਂ ਬਾਅਦ ਆ ਕੇ ਟਾਰਗੇਟ ਕੀਤਾ ਗਿਆ ਇਮੀਗ੍ਰੈਂਟਸ ਨੂੰ, ਔਰ ਉਸ ਟਾਰਗੇਟ ਦੇ ਵਿੱਚੋਂ ਹੀ ਕੈਨੇਡਾ ਦੀ ਇੱਕ ਪਾਲਿਸੀ ਨਿਕਲਦੀ ਹੈ ਜਿਹਦੇ ਵਿੱਚ ਉਹ ਓਪੀਅਮ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਦਾ ਇੱਕ ਐਕਟ ਪਾਸ ਕਰਦੇ ਨੇ। ਔਰ ਉਸ ਐਕਟ ਨੂੰ ਪਾਸ ਕਰਨਾ ਮਜਬੂਰੀ ਵੀ ਸੀ ਕਿਉਂਕਿ ਉਸ ਸਮੇਂ ਬਹੁਤ ਲੋਕ ਜਿਹੜੇ ਸੀ ਉਹ ਐਡਿਕਟ ਹੋ ਚੁੱਕੇ ਸੀ ਇਹਨਾਂ ਓਪੀਅਮ ਡੈਨਸ ਦੇ ਵਿੱਚ ਜਾਣਾ ਔਰ ਉੱਥੇ ਜਾ ਕੇ ਓਪੀਅਮ ਨੂੰ ਕੰਜ਼ਿਊਮ ਕਰਨਾ। ਉਸ ਤੋਂ ਬਾਅਦ ਲਗਾਤਾਰ ਹੀ ਕੈਨੇਡਾ ਦੀ ਪਾਲਿਸੀ ਐਵੇਂ ਦੀ ਰਹੀ ਹੈ ਕਿ ਉਹਨਾਂ ਨੇ ਸਖਤ ਤੋਂ ਸਖਤ ਸਜ਼ਾਵਾਂ ਐਂਡ ਵੱਡੇ ਤੋਂ ਵੱਡੇ, ਭਾਰੀ ਤੋਂ ਭਾਰੀ ਜੁਰਮਾਨੇ ਲਾਉਣੇ ਹੀ ਸਹੀ ਸਮਝੇ। 1960 ਤੱਕ ਕੈਨੇਡਾ ਦੇ ਵਿੱਚ ਕਾਫੀ ਵੱਡਾ ਕ੍ਰਾਈਸਿਸ ਡਰੱਗਸ ਦਾ ਸੀਗਾ, ਅਮਰੀਕਾ ਦੇ ਵਿੱਚ ਵੀ ਸੀ ਉਸੇ ਸਮੇਂ। ਸੋ ਉਹ ਜਿਹੜਾ ਕ੍ਰਾਈਸਿਸ ਸੀਗਾ ਉਹਨੂੰ ਵੀ ਉਸ ਸਮੇਂ ਦੇ ਮੀਡੀਆ ਦੀਆਂ ਰਿਪੋਰਟਸ ਆਪਾਂ ਦੇਖਦੇ ਹਾਂ ਤਾਂ ਬਹੁਤ ਗਲੋਰੀਫਾਈ ਕਰਕੇ ਐਂਡ ਗਲੈਮਰਾਈਜ਼ ਕਰਕੇ ਵੀ ਉਹਨਾਂ ਨੇ ਪੇਸ਼ ਕੀਤਾ। ਔਰ ਕੈਨੇਡਾ ਨੇ ਕਦੀ ਵੀ ਆਪਣੀ ਪਾਲਿਸੀ ਨੂੰ ਲੀਗਲਾਈਜੇਸ਼ਨ ਵੱਲ ਨੂੰ ਨਹੀਂ ਲੈ ਕੇ ਆਂਦਾ। ਉਹਨਾਂ ਨੇ ਸਜ਼ਾਵਾਂ ਨੂੰ 7 ਸਾਲ ਤੋਂ 14 ਸਾਲ ਵਧਾ ਦਿੱਤਾ, ਜਿਹੜਾ ਜੁਰਮਾਨਾ ਸੀ ਉਹਨੂੰ 1 ਲੱਖ ਤੋਂ ਕਈ ਲੱਖ ਡਾਲਰ ਤੱਕ ਕਰ ਦਿੱਤਾ, ਪਰ ਕਦੀ ਵੀ ਲੀਨੀਅੰਸੀ ਵੱਲ ਨੂੰ ਜਾਂ ਡੀਕ੍ਰਿਮੀਨਲਾਈਜੇਸ਼ਨ ਵੱਲ ਨੂੰ ਨਹੀਂ ਸੋਚਿਆ। ਪਰ ਜਦੋਂ ਕੈਨੇਡਾ ਨੂੰ ਆਪਾਂ ਮੈਰੂਆਨਾ ਨਾਲ ਜੋੜ ਕੇ ਦੇਖਦੇ ਹਾਂ ਤਾਂ ਮੈਰੂਆਨਾ 'ਤੇ ਵੀ 14 ਸਾਲ ਦੀ ਸਜ਼ਾ ਹੁੰਦੀ ਸੀ ਜੇ ਕਿਸੇ ਕੋਲੋਂ ਮਿਲਦਾ ਸੀ। ਪਰ 1994 ਦੇ ਵਿੱਚ ਕੈਨੇਡਾ ਇੱਕ ਐਕਸਪੈਰੀਮੈਂਟ ਕਰਦਾ ਹੈ, ਜਿਵੇਂ ਦਾ ਐਕਸਪੈਰੀਮੈਂਟ ਅੱਜ BC 'ਚ ਹੋ ਰਿਹਾ, ਇਹੀ ਐਕਸਪੈਰੀਮੈਂਟ ਕਰਕੇ ਉਹ ਆਪਣੇ ਕਿਸਾਨਾਂ ਨੂੰ ਫਰੋਮ ਦਾ ਪੈਸੇ ਦੇ ਪੱਖ ਤੋਂ, ਇਕਨੋਮਿਕ ਪਰਸਪੈਕਟਿਵ, ਆਪਣੇ ਕਿਸਾਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਕੁਝ ਏਕੜ ਦੇ ਵਿੱਚ ਮੈਰੂਆਨਾ ਦੀ ਖੇਤੀ ਕਰਨੀ ਸ਼ੁਰੂ ਕਰੋ। ਲੈਟਸ ਸੀ ਇਹਦੇ 'ਤੇ ਰਿਸਰਚ ਕਰਦੇ ਹਾਂ ਕਿ ਇਹਦੇ ਕੀ ਨਤੀਜੇ ਆਉਂਦੇ ਨੇ। ਔਰ ਉਹੀ ਮੈਰੂਆਨਾ ਸਾਲ 2001 ਦੇ ਵਿੱਚ ਫॉर ਫਾਰਮਾਸਿਊਟੀਕਲ ਯੂਜ਼, ਮੈਡੀਸਿਨਲ ਯੂਜ਼ ਦੇ ਲਈ ਵਰਤਣਾ ਸ਼ੁਰੂ ਹੋਇਆ। ਸਾਲ 2015 ਦੇ ਵਿੱਚ ਜੋ ਜਸਟਿਨ ਟਰੂਡੋ ਆਪਣੀ ਕੰਪੇਨ ਕਰ ਰਹੇ ਸੀ, ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ, ਇੱਕ ਪ੍ਰੋਮਿਸ, ਆਪਣੀ ਓਰੀਐਂਟੇਸ਼ਨ ਦਿਖਾਈ ਗਈ ਸੀ ਕਿ ਉਹ ਮੈਰੂਆਨਾ ਨੂੰ ਲੀਗਲਾਈਜ਼ ਕਰ ਦੇਣਗੇ। ਔਰ ਸਾਲ 2018 ਦੇ ਵਿੱਚ ਉਹੀ ਮੈਰੂਆਨਾ ਜਿਹੜਾ 1980-90 ਦੇ ਵਿੱਚ ਜਿਹਦੇ 'ਤੇ 14 ਸਾਲ ਦੀ ਸਜ਼ਾ ਹੁੰਦੀ ਸੀ ਔਰ ਕਾਫੀ ਵੱਡਾ ਜੁਰਮਾਨਾ ਲੱਗਦਾ ਸੀ, ਗੈਰ ਕਾਨੂੰਨੀ ਸੀ, ਉਹਨੂੰ ਕਾਨੂੰਨੀ ਜਾਮਾ ਜਿਹੜਾ ਪਹਿਨਾ ਦਿੱਤਾ ਗਿਆ। ਔਰ ਮੈਰੂਆਨਾ ਕੈਨੇਡਾ ਦੇ ਵਿੱਚ ਅੱਜ ਲੀਗਲ ਹੈ। ਉਹ ਪਬਲਿਕ ਇੱਕ ਡਿਸਟ੍ਰੀਬਿਊਸ਼ਨ ਸੈਂਟਰਸ ਜਾਂ ਸਿਸਟਮ ਆ, ਉਹਦੇ ਥਰੂ ਸਰਕਾਰੀ ਤੌਰ 'ਤੇ ਵਿਕਦਾ ਆ। ਉਹੀ ਇੱਕ ਤਰ੍ਹਾਂ ਦੇ ਨਾਲ ਹੁਣ ਐਕਸਪੈਰੀਮੈਂਟ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੀਆਂ ਕੈਮੀਕਲ ਡਰੱਗਸ ਨੇ, ਜਿਹੜੀਆਂ ਲੈਬ ਦੇ ਵਿੱਚ ਜ਼ਿਆਦਾਤਰ ਬਣਦੀਆਂ ਨੇ, ਸਿਵਾਏ 1-2 ਨੂੰ ਛੱਡ ਕੇ, ਜਿਹੜੀਆਂ ਹੈਰੋਇਨ ਹੋ ਗਈ, ਮੋਰਫਿਨ ਹੋ ਗਈ, MDMA ਹੋ ਗਈ ਐਂਡ ਕੋਕੇਨ ਹੋ ਗਈ, ਉਹਨਾਂ 'ਤੇ ਵੀ ਹੁਣ ਉਹ ਐਕਸਪੈਰੀਮੈਂਟ ਲੀਗਲਾਈਜੇਸ਼ਨ ਦਾ ਕਰਕੇ ਵੇਖ ਰਹੇ ਨੇ। ਸੋ ਇਹ ਸ਼ੁਰੂਆਤ ਹੈ, ਇਹਦੇ ਵਿੱਚ ਦੇਖਣਾ ਹੋਏਗਾ ਕਿ ਕੀ ਰਿਜ਼ਲਟ ਜਿਹੜੇ ਆ ਅੱਗੇ ਨਿਕਲ ਕੇ ਆਉਂਦੇ ਆ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਕੈਨੇਡਾ ਨੇ ਫੁੱਲ ਸਰਕਲ ਟਰੈਵਲ ਕੀਤਾ ਤੇ ਉਹੀ ਸਰਕਲ ਹੈ ਕਿ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਸੀ ਤਾਂ ਉਦੋਂ ਇਹ ਓਪੀਅਮ ਵਗੈਰਾ ਜਿਹੜੀਆਂ ਡਰੱਗਸ ਸੀਗੀਆਂ, ਜਿਹੜੀਆਂ ਉਸ ਸਮੇਂ ਦੀਆਂ ਪ੍ਰਚਲਿਤ, ਉਹ ਲੀਗਲ ਹੀ ਹੁੰਦੀਆਂ ਸੀ। ਉਹਦੇ 'ਤੇ ਕੋਈ ਵੀ ਗੈਰ ਕਾਨੂੰਨੀ ਟੈਗ ਨਹੀਂ ਸੀ, ਪਰ ਉਹਦੇ 'ਤੇ ਫਿਰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਉਸ ਤੋਂ ਬਾਅਦ 100 ਸਾਲਾਂ ਬਾਅਦ ਹੀ ਆਪਾਂ ਦੇਖ ਲਈਏ ਤਾਂ ਦੁਬਾਰਾ ਤੋਂ ਉਹਨਾਂ ਨੂੰ ਲੀਗਲਾਈਜ਼ ਕੀਤਾ ਜਾ ਰਿਹਾ। ਸੋ ਇਹ ਲੀਗਲਾਈਜੇਸ਼ਨ ਨਹੀਂ ਆ, ਇਹ ਰੀਲੀਗਲਾਈਜੇਸ਼ਨ ਆ। ਦੁਬਾਰਾ ਤੋਂ ਲੀਗਲ ਘੋਸ਼ਿਤ ਕੀਤੇ ਜਾਣ ਦੇ ਐਕਸਪੈਰੀਮੈਂਟ ਆ ਜਿਹੜੇ ਉਹ ਚੱਲਦੇ ਪਏ ਨੇ। ਮੈਰੂਆਨਾ ਜਿਹੜਾ ਹੈ 2018 ਦੇ ਵਿੱਚ
ਕੈਨੇਡਾ ਨੇ ਲੀਗਲ ਕਰਤਾ ਸੀ, ਉਹਦੇ ਫਾਇਦੇ ਕੀ ਆ ਤੇ ਉਹਦੇ ਨੁਕਸਾਨ ਕੀ ਆ। ਜਦੋਂ ਆਪਾਂ ਫਾਇਦਿਆਂ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਇੱਕ ਫਾਇਦਾ ਜਿਹੜਾ ਬਿਲਕੁਲ ਨਜ਼ਰ ਆਉਂਦਾ ਹੈ, ਉਹ ਹੈਗਾ ਕਿ ਬਹੁਤ ਵੱਡੀ ਟ੍ਰੇਡ ਮਾਰਕੀਟ ਮੈਰੀਜੁਆਨਾ ਦੀ ਖੜੀ ਹੋਈ। ਉਸ ਐਡੀ ਵੱਡੀ ਮਾਰਕੀਟ ਦੇ ਨਾਲ ਜੌਬਸ, ਇਨਫਰਾਸਟ੍ਰਕਚਰ ਐਂਡ ਟੈਕਸ ਰੈਵਨਿਊ ਦਾ ਬਿਲੀਅਨਸ ਆਫ ਡਾਲਰ ਦਾ ਪ੍ਰੋਫਿਟ ਸਰਕਾਰ ਨੂੰ ਜ਼ਰੂਰ ਮਿਲਿਆ। ਰਿਪੋਰਟ ਕਹਿੰਦੀ ਹੈ ਕਿ ਇੱਕ ਰਿਪੋਰਟ ਦਾ ਕਹਿਣਾ ਹੈ ਕਿ ਸਾਲ 2020 ਦੇ ਵਿੱਚ 2 ਬਿਲੀਅਨ ਡਾਲਰ ਦਾ ਕਾਰੋਬਾਰ ਜਿਹੜਾ ਸੀ ਮੈਰੀਜੁਆਨਾ ਦੇ ਅਰਾਊਂਡ ਹੀ ਜੁੜਿਆ ਹੋਇਆ ਸੀ। ਨਾਲ ਹੀ ਸਰਟਨਲੀ ਜਦੋਂ ਮੈਰੀਜੁਆਨਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਤਾਂ ਪੁਲਿਸ ਦੇ ਉੱਤੇ ਜਿਹੜਾ ਕ੍ਰਿਮੀਨਲ ਕੇਸਿਸ ਦਾ ਬੋਝ ਸੀਗਾ ਉਹ ਕਾਫੀ ਹੱਦ ਤੱਕ ਘਟਿਆ। ਪਰ ਕੈਨੇਡਾ ਦੇ ਵਿੱਚ 18 ਤੋਂ 24 ਸਾਲ ਦੀ ਉਮਰ ਦੇ ਵਿੱਚ ਜਿਹੜੇ ਕੈਨੇਡੀਅਨ ਨੇ, ਉਹਨਾਂ 'ਚੋਂ 16% ਲੋਕ ਮੈਰੀਜੁਆਨਾ ਨੂੰ ਦਿਨ ਦੇ ਵਿੱਚ ਇੱਕ ਵਾਰੀ ਕੰਜ਼ਿਊਮ ਕਰਦੇ ਨੇ। ਸੋ ਉਹਨਾਂ ਲੋਕਾਂ ਦੀ ਸਿਹਤ 'ਤੇ, ਉਹਨਾਂ ਦੀ ਮੈਂਟਲ ਹੈਲਥ 'ਤੇ, ਉਹਨਾਂ ਦੀ ਪਰਿਵਾਰਕ ਜ਼ਿੰਦਗੀ 'ਤੇ ਕੀ ਨੁਕਸਾਨ ਹੋਇਆ, ਉਹਦਾ ਕੋਈ ਵੀ ਡਾਟਾ ਅਵੇਲੇਬਲ ਨਹੀਂ ਹੈ। ਨਾ ਹੀ ਕੋਈ ਇੱਦਾਂ ਦਾ ਡਾਟਾ ਦਿੱਤਾ ਗਿਆ ਹੈ ਕਿ ਮੈਰੀਜੁਆਨਾ ਨੂੰ ਲੀਗਲ ਕਰਨ ਤੋਂ ਬਾਅਦ ਕਿੰਨੇ ਨਵੇਂ ਲੋਕ ਇੱਦਾਂ ਦੇ ਸੀ ਜਿਨ੍ਹਾਂ ਨੇ ਮੈਰੀਜੁਆਨਾ ਨੂੰ ਟਰਾਈ ਕਰਨਾ ਆਪਣੇ ਇੱਕ ਕਲਚਰ ਦਾ ਹਿੱਸਾ, ਆਪਣੇ ਲਾਈਫ ਸਟਾਈਲ ਦਾ ਹਿੱਸਾ ਬਣਾ ਲਿਆ। ਕਿੰਨੇ ਨਵੇਂ ਲੋਕ ਮੈਰੀਜੁਆਨਾ ਨੂੰ ਟਰਾਈ ਕਰਨ ਲੱਗੇ ਆ ਔਰ ਕਿੰਨੇ ਪੁਰਾਣੇ ਜਿਹੜੇ ਕੰਜ਼ਿਊਮ ਕਰਦੇ ਸੀ ਉਹ ਕਿੰਨੇ ਹਟੇ ਨੇ। ਇੱਦਾਂ ਦਾ ਕੋਈ ਵੀ ਡਾਟਾ ਆਪਣੇ ਕੋਲ ਨਹੀਂ ਹੈਗਾ। ਪਰ ਇੰਨੀ ਕੁ ਚੀਜ਼ ਜ਼ਰੂਰ ਦੱਸੀ ਜਾਂਦੀ ਹੈ ਕਿ ਐਮਰਜੈਂਸੀ ਰੂਮ ਦੇ ਵਿੱਚ ਲੋਕਾਂ ਦੀਆਂ ਵਿਜ਼ਿਟਾਂ ਵੱਧ ਗਈਆਂ ਕਿਉਂਕਿ ਜ਼ਿਆਦਾ ਕੰਜ਼ਿਊਮ ਕਰ ਲੈਂਦੇ ਮੈਰੀਜੁਆਨਾ ਜਿਹੜੇ, ਜਾਂ ਪੋਇਜ਼ਨਿੰਗ ਹੋ ਜਾਂਦੀ ਹੈ ਮੈਰੀਜੁਆਨਾ ਦੀ, ਉਹ ਕੇਸਿਸ ਜਿਹੜੇ ਐਮਰਜੈਂਸੀ ਰੂਮ 'ਚ ਆਉਂਦੇ ਨੇ ਬਹੁਤ ਜ਼ਿਆਦਾ। ਸੋ ਇਕਨੋਮਿਕ ਫਾਇਦਾ ਜਿਹੜਾ ਸਟੇਟ ਨੂੰ ਜ਼ਰੂਰ ਹੋ ਰਿਹਾ ਹੈ, ਪਰ ਜਿਹੜਾ ਲੋਕਾਂ ਦੀ, ਉਹਨਾਂ ਦੀ ਪਰਿਵਾਰਕ ਹੈਲਥ, ਉਹਨਾਂ ਦੀ ਮੈਂਟਲ ਹੈਲਥ ਔਰ ਫਿਜ਼ੀਕਲ ਹੈਲਥ 'ਤੇ ਕੀ ਅਸਰ ਹੈ, ਉਹਦਾ ਕੋਈ ਆਪਣੇ ਕੋਲ ਡਾਟਾ ਨਹੀਂ ਹੈ। ਗੱਲ ਕਰਦੇ ਹਾਂ ਲਾਸਟ ਦੇ ਵਿੱਚ ਪੁਰਤਗਾਲ ਦੀ। ਪੁਰਤਗਾਲ ਦੇ ਵਿੱਚ 2001 ਦੇ ਵਿੱਚ ਡਰੱਗਸ ਨੂੰ ਲੀਗਲਾਈਜ਼ ਕਰਤਾ ਗਿਆ ਸੀ। ਪੁਰਤਗਾਲ ਨੇ ਇਹ ਰੈਡੀਕਲ, ਇਹ ਬੋਲਡ ਸਟੈਪ ਕਿਉਂ ਲਿਆ ਸੀ? ਕਿਉਂਕਿ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ, ਇੱਕ ਤਾਂ ਡਰੱਗ ਯੂਜ਼ ਬਹੁਤ ਸੀ ਔਰ ਦੂਸਰਾ ਕ੍ਰਿਮੀਨਲ ਜਿਹੜੇ ਕੇਸਿਸ ਸੀਗੇ ਡਰੱਗਸ ਨਾਲ ਜੁੜੇ ਹੋਏ, ਉਹਨਾਂ ਦਾ ਬੋਝ ਜੇਲ੍ਹਾਂ 'ਤੇ ਬਹੁਤ ਸੀ। ਔਰ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਉੱਥੇ HIV ਏਡਸ ਦਾ ਜਿਹੜਾ ਸੰਕਰਮਣ ਸੀਗਾ, ਜਿਹੜਾ ਕੰਟੈਮੀਨੇਸ਼ਨ ਸੀ, ਉਹ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੇ ਡਰੱਗ ਯੂਜ਼ਰ ਸੀ ਉਹ ਇੱਕੋ ਹੀ ਸਿਰਿੰਜ ਨੂੰ ਕਈ ਜਾਣੇ ਯੂਜ਼ ਕਰਦੇ ਸੀ, ਜਿਹਦੇ ਨਾਲ HIV ਏਡਸ ਬਹੁਤ ਵੱਧ ਚੁੱਕਾ ਸੀ। ਔਰ ਇਹ ਬਿਮਾਰੀਆਂ ਵੱਧਦੀਆਂ ਨੇ ਤਾਂ ਸਟੇਟ 'ਤੇ ਬੋਝ ਪੈਂਦਾ ਐਂਡ ਸਟੇਟ ਕੇਅਰਸ ਅਬਾਊਟ ਇਟ, ਕਿਉਂਕਿ ਜਿਹੜੀ ਸਟੇਟ ਆ ਉਹ ਇੰਨਾ ਬਿਲੀਅਨਸ ਆਫ ਡਾਲਰ ਲੋਕਾਂ ਦੀ ਹੈਲਥ ਸੇਵਾਵਾਂ, ਜੇਲ੍ਹਾਂ ਦੇ ਵਿੱਚ ਸੇਵਾਵਾਂ ਦੇਣ ਦੇ ਵਿੱਚ ਨਾ ਖਰਚ ਕੇ ਆਪਣੀਆਂ ਪੋਲਿਸੀਜ਼ ਨੂੰ ਅਮੈਂਡ ਕਰਦੀ ਆ। ਸੋ ਪੁਰਤਗਾਲ ਨੇ ਲੀਗਲਾਈਜ਼ ਕੀਤਾ। ਕੁਝ ਅਮਾਊਂਟ ਤੱਕ ਜਿਹੜਾ ਲੋਕ ਹੈ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਆਲਮੋਸਟ ਨਸ਼ਾ ਉੱਥੇ ਰੱਖ ਸਕਦੇ ਨੇ। ਕੁਝ ਡਾਟਾ ਇੱਥੇ ਮੈਂ ਤੁਹਾਡੇ ਅੱਗੇ ਰੱਖ ਰਹੀ ਹਾਂ ਕਿ ਪੁਰਤਗਾਲ ਦੇ ਵਿੱਚ ਸਾਲ 2001 ਦੇ ਵਿੱਚ ਉਹਨਾਂ ਪੋਲਿਸੀ ਲਾਗੂ ਕੀਤੀ ਤੇ ਕੀ ਫਰਕ ਪਿਆ। 1999 ਦੇ ਵਿੱਚ 1999 ਦੇ ਵਿੱਚ ਜਿਹੜੀਆਂ ਡਰੱਗ ਓਵਰਡੋਜ਼ ਨਾਲ ਮੌਤਾਂ ਸੀ ਉਹ 350 ਦੇ ਲਗਭਗ ਇੱਥੇ ਆਪਣੇ ਕੋਲ ਦਿਖ ਰਹੀਆਂ ਨੇ, ਪਰ 2016 ਦੇ ਵਿੱਚ ਇਹ ਮੌਤਾਂ ਸਿਰਫ 30 ਰਹਿ ਜਾਂਦੀਆਂ ਨੇ। ਔਰ ਨਾਲ ਹੀ ਜਿਹੜੀ HIV ਸੀ, HIV ਦਾ ਜਿਹੜਾ ਕੰਟੈਮੀਨੇਸ਼ਨ ਹੁੰਦੀ ਸੀ ਥਰੂ ਇੰਜੈਕਸ਼ਨ, ਉਹ ਵੀ ਸਾਲ 2000 ਦੇ ਵਿੱਚ 900 ਪਲੱਸ ਕੇਸ ਸੀ, ਪਰ 2017 ਦੇ ਵਿੱਚ ਸਿਰਫ 18 ਕੇਸ ਰਹਿ ਜਾਂਦੇ ਨੇ। ਔਰ ਇਸੇ ਤਰ੍ਹਾਂ ਜਿਹੜੇ ਲੋਕ ਕ੍ਰਿਮੀਨਲ ਕੇਸਿਸ, ਡਰੱਗ ਆਫੈਂਸਿਸ ਦੇ ਵਿੱਚ ਸੀ, ਉਹਨਾਂ ਦਾ ਨੰਬਰ ਵੀ ਕਾਫੀ ਘਟਦਾ ਹੈ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਦੁਨੀਆ ਭਰ ਦੇ ਵਿੱਚ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ 1905 ਤੋਂ ਲੈ ਕੇ 10-12 ਤੱਕ ਜਿਹੜਾ ਇੱਕ ਸੇਫ ਫੂਡ ਐਂਡ ਸੇਫ ਡਰੱਗ ਦਾ ਜਿਹੜੇ ਕਾਨੂੰਨ ਲਿਆਂਦੇ ਗਏ ਆ, ਜਿਹਦੇ ਵਿੱਚ ਇਹਨਾਂ ਨਸ਼ਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਐਵੇਂ ਲੱਗਦਾ ਹੈ ਕਿ ਉਹਦੇ ਅੰਦਰ ਜੋ ਵੀ ਐਂਟੀ ਡਰੱਗ ਪੋਲਿਸੀ ਸੀਗੀਆਂ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਦੇਸ਼ ਇੱਦਾਂ ਦੇ ਨੇ, ਕਿਉਂਕਿ ਅਮਰੀਕਾ ਦੇ ਵਿੱਚ ਵੀ ਐਕਸਪੈਰੀਮੈਂਟ ਚੱਲ ਰਿਹਾ ਇੱਕ ਸਟੇਟ ਦੇ ਵਿੱਚ, ਕਿ ਉਹ ਦੇਸ਼ ਫੀਲ ਕਰਦੇ ਨੇ ਕਿ ਇਹ ਸ਼ਾਇਦ ਸਫੀਸ਼ੀਐਂਟ ਨਹੀਂ ਆ, ਇਹਦੇ ਨਾਲ ਇਹ ਡਰੱਗ ਦੀ ਪ੍ਰੋਬਲਮ, ਅਬਿਊਜ਼ ਦੀ ਪ੍ਰੋਬਲਮ ਜਿਹੜੀ ਸੋਲਵ ਨਹੀਂ ਹੋਏਗੀ। ਤਾਂ ਇਹ ਦੇਸ਼ ਹੁਣ ਦੁਬਾਰਾ ਤੋਂ ਰੀਲੀਗਲਾਈਜੇਸ਼ਨ, ਦੁਬਾਰਾ ਤੋਂ ਇਹਨਾਂ ਨਸ਼ਿਆਂ ਨੂੰ ਕਾਨੂੰਨੀ ਰੂਪ ਦੇ ਵਿੱਚ ਲਾਗੂ ਕਰਾਉਣ, ਕਾਨੂੰਨੀ ਜਾਮਾ ਜਿਹੜਾ ਪਹਿਨਾਉਣ ਦੇ ਵਿੱਚ ਆਪਣੇ ਐਕਸਪੈਰੀਮੈਂਟ, ਆਪਣੀਆਂ ਸਟ੍ਰੈਟੇਜੀਜ਼ ਕਾਫੀ ਕੰਟਰੀਜ਼ ਹੁਣ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਓਪੀਅਮ, ਅਫੀਮ ਜਿਹੜੀ ਇੱਕ ਰਿਵਾਇਤੀ ਨਸ਼ਾ ਕਹਿ ਕੇ ਉਹਨੂੰ ਲੀਗਲ ਕਰਾਉਣ ਦੀਆਂ ਮੰਗਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਔਰ ਈਵਨ ਇਕੋਨੋਮਿਕ ਪੈਸੇ ਦੇ ਪੱਖ ਤੋਂ ਵੀ, ਆਰਥਿਕਤਾ ਦੇ ਪੱਖ ਤੋਂ ਵੀ ਉਹਨੂੰ ਦੇਖਿਆ ਜਾਂਦਾ ਹੈ ਕਿ ਪੰਜਾਬ 'ਚ ਖੇਤੀ ਅਲਾਉ ਕਰ ਦੇਣੀ ਚਾਹੀਦੀ ਔਰ ਇਹਦੇ ਨਾਲ ਕਾਫੀ ਸਾਡੀ ਫਾਈਨੈਂਸਿੰਗ ਜਿਹੜੀ ਆ ਉਹ ਪੋਸੀਬਲ ਹੋ ਪਾਏਗੀ, ਬੈਟਰ ਹੋ ਪਾਏਗੀ। ਪਰ ਪੰਜਾਬ ਦੀ ਜਿਹੜੀ ਜ਼ਿਆਦਾ ਪ੍ਰੋਬਲਮ ਆਪਾਂ ਨੂੰ ਨਜ਼ਰ ਆਉਂਦੀ ਹੈ ਡਰੱਗਸ ਦੀ, ਉਹ ਆਉਂਦੀ ਹੈ ਕੈਮੀਕਲ ਡਰੱਗ ਦੇ ਵਿੱਚ, ਕਿਉਂਕਿ ਪੰਜਾਬ 'ਚ ਅਫੀਮ ਵਰਗੀਆਂ ਜਿਹੜੀਆਂ ਡਰੱਗਸ ਨੇ ਇਹਨਾਂ ਨੂੰ ਤਾਂ ਨਸ਼ੇ ਦੀ ਕੈਟੇਗਰੀ ਦੇ ਵਿੱਚ ਕੰਸੀਡਰ ਹੀ ਨਹੀਂ ਕੀਤਾ ਜਾਂਦਾ। ਔਰ ਜਿਹੜੀਆਂ ਕੈਮੀਕਲ ਡਰੱਗਸ ਨੇ ਉਹਨਾਂ ਦੀ ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਨੇ, ਉਹੀ ਮੌਤਾਂ ਸਮਾਜ ਨੂੰ ਅਫੈਕਟ ਕਰਦੀਆਂ ਨੇ, ਉਹੀ ਵੀਡੀਓਜ਼ ਆਪਣੇ ਸਾਹਮਣੇ ਆਉਂਦੀਆਂ ਨੇ, ਉਹੀ ਡਾਟਾ ਜ਼ਿਆਦਾਤਰ ਆਪਣੇ ਸਾਹਮਣੇ ਹੈਗਾ ਆ। ਸੋ ਪੰਜਾਬ ਦੇ ਮਸਲੇ ਜਿਹੜੇ ਬਹੁਤ ਅਲੱਗ ਨੇ। ਪੰਜਾਬ ਦੇ ਵਿੱਚ ਅੱਜ ਬਹੁਤ ਰੀਸੈਂਟਲੀ ਇਮੀਡੀਏਟ ਗੱਲ ਹੈਗੀ ਹੈ ਕਿ ਜੋ ਪੰਜਾਬ ਦੇ ਗਵਰਨਰ ਹੈ ਉਹਨਾਂ ਨੇ
ਬਾਰਡਰ ਏਰੀਆ ਦਾ ਦੌਰਾ ਕੀਤਾ ਸੀ ਔਰ ਉਹਨਾਂ ਵੱਲੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਪੰਜਾਬ 'ਚ ਤਾਂ ਕਰਿਆਨੇ ਦੀਆਂ ਦੁਕਾਨਾਂ 'ਤੇ ਨਸ਼ਾ ਮਿਲਦਾ ਆ। ਇੱਕ ਪਾਸੇ ਡੀਜੀਪੀ ਬੈਠੇ ਹੋਏ ਸੀ, ਇੱਕ ਪਾਸੇ ਸੈਕਟਰੀ ਸਾਹਿਬ ਬੈਠੇ ਹੋਏ ਸੀ ਔਰ ਗਵਰਨਰ ਸਾਹਿਬ ਨੇ ਇਹ ਗੱਲ ਕਹੀ ਆ। ਸੋ ਪੰਜਾਬ ਦੇ ਵਿੱਚ ਵੀ ਸਿਚੁਏਸ਼ਨ ਵਰਸ ਹੈ। ਸ਼ੁਰੂ ਤੋਂ ਇਲਜ਼ਾਮ ਲੱਗਦੇ ਆਏ ਨੇ, ਦੇਖੀਆਂ ਵੀ ਨੇ, ਬਹੁਤ ਪ੍ਰੂਫ ਐਵੀਡੈਂਸਿਸ ਇੱਦਾਂ ਦੇ ਹੈਗੇ ਨੇ, ਪਰ ਐਟ ਦਾ ਵਰਲਡ ਲੈਵਲ ਇਨ ਦਾ ਵਾਈਡਰ ਕੰਟੈਕਸਟ ਦੁਬਾਰਾ ਤੋਂ ਇੱਕ ਬੜਾ ਉਹ ਲਿਬਰੇਟੇਰੀਅਨਿਜ਼ਮ, ਇੱਕ ਲਿਬਰਲ ਹੋ ਕੇ ਦੁਬਾਰਾ ਰੀਲੀਗਲਾਈਜੇਸ਼ਨ ਦਾ ਜਿਹੜਾ ਪ੍ਰੋਸੈਸ ਐਕਸਪੈਰੀਮੈਂਟਸ ਆ ਉਹ ਸ਼ੁਰੂ ਕਰ ਦਿੱਤੇ ਗਏ ਨੇ। ਸੋ ਮੈਨੂੰ ਲੱਗਦਾ ਤੁਹਾਡੇ ਕੋਲ ਬਹੁਤ ਵਿਚਾਰ ਹੋਣਗੇ ਕਮੈਂਟ ਬਾਕਸ ਦੇ ਵਿੱਚ ਐਡ ਕਰਨ ਲਈ। ਥੈਂਕ ਯੂ ਸੋ ਮਚ ਫॉर ਵਾਚਿੰਗ।